ਵਾਹਿਗੁਰੂ ਸਾਹਿਬ ਜੀਓ। ਸੁਣਿਐ ਸਿੱਧ ਪੀਰ ਸੁਰਨਾਥ, ਸੁਣਿਐ ਧਰਤ ਧਵਲ ਆਕਾਸ਼, ਸੁਣਿਐ ਦੀਪ ਲੋ ਪਾਤਾਲ, ਸੁਣਿਐ ਉਹ ਨਾ ਸਕੈ ਕਾਲ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ਼। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ਼। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਸਰਬ ਸਾਂਝੀ ਵਾਲਤਾ ਦੇ ਰਹਿਬਰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਈਮਾਨ ਗੁਰੂ ਸਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸਤਿਗੁਰਾਂ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤੀ ਅੰਮ੍ਰਿਤਮਈ ਬਾਣੀ, ਪਾਵਨ ਜਪ ਦੀ ਬਾਣੀ ਦੀ ਵਿਚਾਰ ਆਪ ਇਹਨਾਂ ਪਾਵਨ ਦੀਵਾਨਾਂ ਵਿੱਚ ਬੜੇ ਪਿਆਰ, ਬੜੀ ਇਕਾਗਰਤਾ ਔਰ ਬੜੇ ਉਤਸ਼ਾਹ ਦੇ ਵਿੱਚ ਸਰਵਣ ਕਰ ਰਹੇ ਹੋ। ਇਲਾਹੀ ਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤੇ ਨੇ। ਆਓ ਜੋ ਸਮਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਸਾਹਿਬਾਂ ਦੀ ਅੰਮ੍ਰਿਤ ਬਾਣੀ ਦੇ ਅੰਦਰੋਂ 8ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਹਨਾਂ ਅੰਮ੍ਰਿਤ ਬਚਨਾਂ ਨੂੰ ਸਮਝਣ ਤੋਂ ਪਹਿਲਾਂ ਆਓ ਆਪ ਜਿਤਨੇ ਤਨ ਗੁਰੂ ਹਜ਼ੂਰੀ ਵਿੱਚ ਜੁੜ ਬੈਠੇ ਹੋ ਸਾਧ ਸੰਗਤ ਜੀ, ਆਪਣੀਆਂ ਮਨੋਬਿਰਤੀਆਂ ਨੂੰ ਗੁਰੂ ਚਰਨਾਂ ਦੇ ਵਿੱਚ ਇਕਾਗਰ ਕਰੀਏ, ਤਾਂ ਕਿ ਇਹ ਮਨ ਗੁਰੂ ਦੇ ਉਪਦੇਸ਼ ਵਿੱਚ ਡਿੱਗ ਜਾਏ ਔਰ ਜੋ ਅਸੀਂ ਬਾਣੀ ਨੂੰ ਸਮਝਣ ਦਾ ਵਿਚਾਰਨ ਦਾ ਉਪਰਾਲਾ ਕਰ ਰਹੇ ਹਾਂ, ਸਤਿਗੁਰ ਦਾ ਇਹ ਅਮੋਲਕ ਬਚਨ ਸਾਡੇ ਹਿਰਦੇ ਵਿੱਚ ਵਸ ਜਾਏ। ਕਰੋ ਕਿਰਪਾ, ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਇਹਨਾਂ ਪਾਵਨ ਅੰਮ੍ਰਿਤ ਬਾਣੀ ਦੇ ਅੰਦਰ। ਜਿਵੇਂ ਕਿ ਰੋਜ਼ਾਨਾ ਆਪਾਂ ਇਸ ਪ੍ਰਕਰਨ ਨੂੰ ਵਿਚਾਰ ਕਰਨ ਤੋਂ ਪਹਿਲਾਂ ਜ਼ਰੂਰ ਸਾਂਝਾ ਕਰਨੇ ਆ ਕਿ ਮਨੁੱਖੀ ਜੀਵਨ ਦਾ ਮਨੋਰਥ ਸਚਿਆਰ ਹੋਣਾ ਹੈ। ਸਚਿਆਰ ਹੋਣ ਤੋਂ ਭਾਵ ਹੈ ਕਿ ਉਹਦੇ ਜੀਵਨ ਦੇ ਅੰਦਰ ਸੱਚ ਆ ਜਾਏ, ਉਹਦੀ ਕਰਨੀ ਦੇ ਅੰਦਰ ਸੱਚ ਆ ਜਾਏ, ਉਹਦੇ ਜੀਵਨ ਦੇ ਹਰ ਕਰਮ ਦੇ ਵਿੱਚੋਂ ਸੱਚ ਦੀ ਝਲਕ, ਸੱਚ ਪ੍ਰਤੀਤ ਵਿੱਚ ਆਵੇ, ਜਿਹਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਬਖਸ਼ਿਸ਼ ਕਰਕੇ ਕਹਿੰਦੀ ਹੈ ਅੱਜ ਇਹਨਾਂ ਅਮੋਲਕ ਬਚਨਾਂ ਦੇ ਵਿੱਚ ਕਿ ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ਼। ਇਹ 4 ਪੌੜੀਆਂ ਨੇ ਸਾਧ ਸੰਗਤ ਜੀ ਸੁਣਿਆ ਦੀਆਂ। ਇਸੇ ਤਰ੍ਹਾਂ ਅਗਲੇ ਪ੍ਰਕਰਨ ਵਿੱਚ 4 ਪੌੜੀਆਂ ਮੰਨਣ ਦੀਆਂ ਵੀ ਆਣਗੀਆਂ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਸੁਣਨ ਦੀ ਗੱਲ ਪਹਿਲਾਂ ਰੱਖੀ ਹੈ ਤੇ ਮੰਨਣ ਦੀ ਗੱਲ ਸਤਿਗੁਰਾਂ ਨੇ ਬਾਅਦ ਵਿੱਚ ਰੱਖੀ ਹੈ। ਸਾਧ ਸੰਗਤ, ਮਨੁੱਖੀ ਜੀਵਨ ਅਸਲ ਵਿੱਚ ਸੁਣਨ ਦੇ ਪ੍ਰਵਰਤੀ ਦੇ ਉੱਪਰ, ਸੁਣਨ ਦੇ ਉੱਪਰ ਖੜਾ ਹੋਇਆ ਹੈ। ਜਿਹਦੇ ਕੋਲੋਂ ਸੁਣਨ ਦੀ ਤਾਕਤ ਨਾ ਹੋਵੇ, ਸੁਣਨ ਦੀ ਸਮਰੱਥਾ ਨਾ ਹੋਵੇ,
ਇਹਦੇ ਕੋਲੋਂ ਬੋਲਣ ਦੀ ਸਮਰੱਥਾ ਆਪਣੇ ਆਪ ਹੀ ਗਵਾਚ ਜਾਏਗੀ। ਕਿਉਂਕਿ ਜੋ ਕੁਝ ਮਨੁੱਖ ਆਪਣੇ ਇਹਨਾਂ ਕੰਨਾਂ ਨਾਲ ਸੁਣਦਾ ਹੈ, ਉਸ ਸੁਣੇ ਹੋਏ ਨੂੰ ਹੀ ਉਹ ਆਪਣੇ ਸੁਰਤ ਵਿੱਚ ਟਿਕਾਉਂਦਾ ਹੈ, ਤੇ ਉਹ ਸੁਣੇ ਹੋਏ ਸ਼ਬਦ ਹੀ ਬੋਲ ਬਣ ਕੇ, ਸ਼ਬਦ ਬਣ ਕੇ ਦੀ ਰਚਨਾ ਤੋਂ ਪ੍ਰਗਟ ਹੁੰਦੇ ਨੇ। ਮੈਡੀਕਲ ਸਾਇੰਸ ਵੀ ਇਹ ਗੱਲ ਕਹਿੰਦੀ ਹੈ ਕਿ ਜਿਸ ਬੱਚੇ ਦੇ ਕੋਲੋਂ ਸੁਣਨ ਦੀ ਤਾਕਤ ਨਹੀਂ, ਮੰਨ ਲਓ ਕੋਈ ਬੱਚਾ ਜੰਮਦਿਆਂ ਹੀ ਉਹਦੀ ਸਰੋਤ ਨਹੀਂ, ਉਹਦੇ ਕੋਲੋਂ ਸੁਣਨ ਦੀ ਤਾਕਤ, ਸੁਣਨ ਦੀ ਸਮਰੱਥਾ ਉਹਨੂੰ ਪਰਮਾਤਮਾ ਵੱਲੋਂ ਹੀ ਨਹੀਂ ਮਿਲੀ, ਉਹ ਬੱਚਾ ਯਕੀਨੀ ਕਦੀ ਆਪਣੀ ਜ਼ੁਬਾਨ ਤੋਂ ਬੋਲ ਵੀ ਨਹੀਂ ਸਕੇਗਾ। ਕਿਉਂਕਿ ਉਹਨੇ ਬੋਲਣਾ ਉਹੀ ਹੈ ਜੋ ਕੁਝ ਉਹਨੇ ਸੁਣਨਾ ਹੈ। ਜਿਸ ਦਿਨ ਸਾਧ ਸੰਗਤ ਬੱਚਾ ਜਨਮ ਲੈਂਦਾ ਹੈ, ਮਾਂ ਦੇ ਉਦਰ ਤੋਂ, ਮਾਂ ਦੇ ਪੇਟ ਤੋਂ ਬੱਚੇ ਦਾ ਜਨਮ ਹੁੰਦਾ ਹੈ, ਜਿਸ ਦਿਨ, ਉਸ ਦਿਨ ਬੱਚਾ ਭਾਵੇਂ ਕੋਈ ਵੀ ਹੋਵੇ, ਇੱਕੋ ਹੌਸਪੀਟਲ ਦੇ ਅੰਦਰ ਮੰਨ ਲਓ ਇੱਕ ਬੱਚਾ ਉਹ ਹੈ ਜਿਹੜਾ ਕਿਸੇ ਪੰਜਾਬੀ ਬੋਲਣ ਵਾਲੇ ਦੇ ਘਰ, ਕਿਸੇ ਸਿੱਖ ਫੈਮਿਲੀ ਦੇ ਅੰਦਰ ਜਨਮ ਲਵੇ, ਇੱਕ ਬੱਚਾ ਉਹ ਹੈ ਜਿਹੜਾ ਹਿੰਦੀ ਬੋਲਣ ਵਾਲੇ ਕਿਸੇ ਹਿੰਦੂ ਫੈਮਿਲੀ ਦੇ ਅੰਦਰ ਜਨਮ ਲਵੇ। ਦੋਨਾਂ ਬੱਚਿਆਂ ਨੇ ਜਨਮ ਇੱਕੋ ਸਮੇਂ ਅੰਦਰ ਇੱਕੋ ਹੌਸਪੀਟਲ ਦੇ ਅੰਦਰ ਲਿਆ ਹੈ। ਪਰ ਸਾਧ ਸੰਗਤ, ਤੁਸੀਂ 4 ਸਾਲ ਬਾਅਦ ਉਹਨਾਂ ਬੱਚਿਆਂ ਨੂੰ ਦੁਬਾਰਾ ਮਿਲੋ, ਇੱਕ ਬੱਚਾ ਹਿੰਦੀ ਬੋਲਦਾ ਹੋਏਗਾ, ਦੂਜਾ ਪੰਜਾਬੀ ਬੋਲਦਾ ਹੋਏਗਾ। ਇਸ ਤਰ੍ਹਾਂ ਤੁਸੀਂ ਐਗਜ਼ਾਮਪਲ ਕੋਈ ਵੀ ਲੈ ਸਕਦੇ ਹੋ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਦੀ ਜਾਂ ਕਿਸੇ ਵੀ ਲੈਂਗੁਏਜ ਨੂੰ ਬੋਲਣ ਵਾਲੇ ਦੀ। ਪਰ ਸਾਡਾ ਸਮਝਣ ਦਾ ਵਿਸ਼ਾ ਇਹ ਹੈ ਵੀ ਸਰੋਤ ਜਿਹੜੀ ਹੈ ਉਹ ਬੰਦੇ ਦੇ ਜੀਵਨ ਦੇ ਅੰਦਰ ਕਿੰਨੀ ਕੁ ਜ਼ਰੂਰੀ ਹੈ। ਔਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਇਹ ਸਰੋਤ, ਇਹ ਸੁਣਨਾ ਤੇਰੇ ਜੀਵਨ ਵਿੱਚ ਪਰਿਵਰਤਨ ਕੀ ਲੈ ਕੇ ਆਏਗਾ। ਇੱਕ ਬੱਚੇ ਨੂੰ ਤੁਸੀਂ ਬਚਪਨ ਦੇ ਵਿੱਚ ਮਾੜਾ ਬੋਲਣਾ, ਫਿੱਕਾ ਬੋਲਣਾ ਉਹਦੇ ਸਾਹਮਣੇ ਸ਼ੁਰੂ ਕਰ ਦਿਓ, ਉਹਦੇ ਸਾਹਮਣੇ ਦੁਨੀਆ ਭਰ ਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿਓ, ਮਾੜਾ ਬੋਲਣਾ ਸ਼ੁਰੂ ਕਰ ਦਿਓ, ਕਿਸੇ ਨੂੰ ਨਿੰਦਣਾ ਸ਼ੁਰੂ ਕਰ ਦਿਓ, ਉਸ ਬੱਚੇ ਦੀ ਸਰੋਤ ਬਣ ਜਾਏਗੀ। ਉਹ 3-4 ਸਾਲ ਬਾਅਦ ਜਾਂ ਜਿਸ ਵੇਲੇ ਉਹ ਬੋਲਣਾ ਸ਼ੁਰੂ ਕਰੇਗਾ, ਉਹ ਉਹਨਾਂ ਸ਼ਬਦਾਂ ਨੂੰ, ਜੋ ਸ਼ਬਦ ਤੁਸੀਂ ਉਹਦੇ ਸਾਹਮਣੇ ਬੋਲ ਰਹੇ ਹੋ, ਭਾਵੇਂ ਉਹ ਕਿੰਨੇ ਮਾੜੇ ਹੋਣ ਤੇ ਭਾਵੇਂ ਚੰਗੇ ਹੋ, ਉਹ ਉਹਨਾਂ ਸ਼ਬਦਾਂ ਨੂੰ ਹੀ ਆਪਣਾ ਜੀਵਨ ਬਣਾ ਕੇ ਆਪਣੀ ਰਚਨਾ ਤੋਂ ਬੋਲਣਾ ਸ਼ੁਰੂ ਕਰ ਦੇਗਾ। ਇਹੀ ਕਾਰਨ ਹੈ ਕਿ ਕਈ ਬੱਚੇ ਜੰਮਦੇ ਹੀ ਜਿਨ੍ਹਾਂ ਨੂੰ ਚੰਗੀ ਗੁੜਤੀ ਮਿਲਦੀ ਹੈ, ਚੰਗਾ ਬਾਣੀ ਦੀ ਪ੍ਰੇਰਨਾ ਮਿਲਦੀ ਹੈ, ਉਹ ਬੱਚੇ 3 ਸਾਲ 2 ਸਾਲ ਜਦੋਂ ਬੋਲਣਾ ਸ਼ੁਰੂ ਕਰਦੇ ਨੇ, ਉਹਨਾਂ ਦੇ ਜੀਵਨ ਦੇ ਅੰਦਰ ਉਸੇ ਤਰ੍ਹਾਂ ਦੀ ਝਲਕ ਮਿਲਦੀ ਹੈ। ਤੁਸੀਂ ਵੇਖਿਆ ਹੋਣਾ ਸਾਧ ਸੰਗਤ, ਕਈ ਬੱਚੇ 3 ਸਾਲ ਦੇ, 4 ਸਾਲ ਦੇ, ਉਹਨਾਂ 2-2 3-3 ਬਾਣੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਕੰਠ ਕਰ ਲਈਆਂ। ਸਾਨੂੰ ਸਾਰੀ ਜ਼ਿੰਦਗੀ ਵੀ ਕਈ ਵਾਰੀ ਲੰਘ ਜਾਂਦੀ ਹੈ, ਪਰ ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਵੀ ਕੰਠ ਨਹੀਂ ਕਰ ਪਾਉਂਦੇ। ਬੜੀ ਸੋਚਣ ਵਾਲੀ ਗੱਲ ਹੈ। ਇਹਦਾ ਮਤਲਬ ਉਹਨਾਂ ਬੱਚਿਆਂ ਨੂੰ ਜਿਹੋ ਜੀ ਸਰੋਤ ਮਿਲੇ, ਉਹਨਾਂ ਨੇ ਜਿਹੋ ਜਿਹਾ ਸੁਣਿਆ ਉਹੋ ਜਿਹਾ ਉਹਨਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ। ਤੇ ਦੂਜਾ ਪਾਸੇ ਸਾਧ ਸੰਗਤ, ਇੱਕ ਬੱਚੇ ਨੇ ਮਾੜਾ ਸੁਣਨਾ ਸ਼ੁਰੂ ਕਰ ਦਿੱਤਾ, ਤੁਸੀਂ ਉਹਦੇ ਸਾਹਮਣੇ ਮਾੜਾ ਬੋਲਣਾ ਸ਼ੁਰੂ ਕਰ ਦਿਓ, ਤੇ ਖਿਆਲ ਕਰਿਓ 2-4 ਸਾਲ ਬਾਅਦ, 3 ਸਾਲ ਬਾਅਦ ਜਦੋਂ ਬੱਚਾ ਬੋਲਣਾ ਸ਼ੁਰੂ ਕਰਦਾ ਹੈ, ਬੋਲਣ ਤੋਂ ਬਾਅਦ ਉਹਦੇ ਬੋਲਾਂ ਦੇ ਵਿੱਚੋਂ ਤੁਹਾਨੂੰ ਉਹੀ ਕੁਝ ਮਿਲੇਗਾ ਜੋ ਤੁਸੀਂ ਉਹਦੇ ਸਾਹਮਣੇ ਬੋਲ ਰਹੇ ਹੋ, ਜੋ ਕੁਝ ਉਹਨੇ ਸੁਣਿਆ। ਅਸਲ ਵਿੱਚ ਸਰੋਤ ਹੀ ਹੈ ਜਿਹੜੀ ਬੰਦੇ ਨੂੰ ਕਿਸੇ ਮੁਕਾਮ ਤੇ ਲੈ ਕੇ ਜਾਂਦੀ। ਸਾਹਿਬ ਦੀ ਪਾਵਨ ਬਾਣੀ ਦਾ ਇੱਕ ਬੜਾ ਪਿਆਰਾ ਬਚਨ ਹੈ। ਗੁਰਦੇਵ ਪਿਤਾ ਕਹਿੰਦੇ ਨੇ, ਸੁਣ ਸੁਣ ਨਾਮ ਤੁਮਾਰਾ ਪ੍ਰੀਤਮ। ਹੇ ਮੇਰੇ ਪ੍ਰਭੂ ਜੀ, ਜਦੋਂ ਮੈਂ ਤੇਰਾ ਨਾਮ ਸੁਣਨਾ, ਤੇਰਾ ਨਾਮ ਸੁਣ ਸੁਣ ਕੇ, ਹੇ ਮੇਰੇ ਪਿਆਰੇ ਮਾਲਕ ਪ੍ਰਭੂ ਪਰਮਾਤਮਾ ਜੀ, ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਵੇਖਣ ਕਾ ਚਾਉ। ਮੇਰੇ ਮਨ ਅੰਦਰ ਵੀ ਪਰਮਾਤਮਾ ਨੂੰ ਵੇਖਣ ਦਾ ਚਾਹ ਪੈਦਾ ਹੋ ਗਿਆ। ਇਹਦਾ ਮਤਲਬ ਹੈ ਸਰੋਤ
ਜਿਹੋ ਜੀ ਕਿਸੇ ਨੂੰ ਦਿੱਤੀ ਜਾਏਗੀ ਉਹੋ ਜਿਹਾ ਉਹਦੇ ਅੰਦਰ ਵਿਚਾਰ ਪੈਦਾ ਹੋਣਗੇ। ਜਿਹੋ ਜਿਹੇ ਉਹਦੇ ਅੰਦਰ ਵਿਚਾਰ ਪੈਦਾ ਹੋਣਗੇ ਉਹੋ ਜੀ ਉਹਦੇ ਅੰਦਰ ਦੀ ਬਿਰਤੀ ਉਹਦੇ ਜ਼ੁਬਾਨ ਤੋਂ ਬੋਲ ਪ੍ਰਗਟ ਹੋਣਗੇ। ਇਸੇ ਕਰਕੇ ਸਤਿਗੁਰ ਨੇ ਬਾਣੀ ਦੇ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਸ਼ਰਵਨੋ ਮੇਰਿਓ ਸਾਚੈ ਸੁਣਨੇ ਨੋ ਪਠਾਏ, ਸਾਚੈ ਸੁਣਨੇ ਨੋ ਪਠਾਏ, ਸ਼ਰੀਰ ਲਾਏ ਸੁਣੋ ਸਤ ਬਾਣੀ। ਪਾਤਸ਼ਾਹ ਕਹਿੰਦੇ ਨੇ, ਸ਼ਰਵਨੋ ਤੁਹਾਨੂੰ ਪ੍ਰਮਾਤਮਾ ਨੇ ਸ਼ਰੀਰ ਨਾਲ ਲਾਇਆ, ਤੁਸੀਂ ਸੱਚ ਸੁਣੋ, ਤੁਸੀਂ ਸੱਚੇ ਉਪਦੇਸ਼ ਸੁਣੋ। ਸੱਚੀ ਬਾਣੀ ਦਾ ਮਤਲਬ ਹੈ ਸੱਚਾ ਉਪਦੇਸ਼ ਸੁਣਨਾ। ਤੁਸੀਂ ਚੰਗੀਆਂ ਗੱਲਾਂ ਸੁਣੋ, ਚੰਗਾ ਉਪਦੇਸ਼ ਸੁਣੋ, ਸੁਣੋ ਸਤ ਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਵੇ, ਜਿਹਨੂੰ ਸੁਣਨ ਦੇ ਨਾਲ ਤੇਰਾ ਮਨ ਤੇ ਤੇਰਾ ਤਨ ਖੇੜੇ ਵਿੱਚ ਆ ਜਾਏਗਾ। ਤੇਰੇ ਮਨ ਤੇ ਤੇਰੇ ਤਨ ਵਿੱਚ ਖਿੜਾਓ ਪੈਦਾ ਹੋ ਜਾਏਗਾ, ਤੇਰਾ ਮਨ ਤੇ ਤਨ ਹਰਿਆ ਹੋ ਜਾਏਗਾ। ਹਰਿਆ ਹੋਣ ਦਾ ਮਤਲਬ ਹੈ ਖੇੜੇ ਵਿੱਚ ਆ ਜਾਣਾ, ਆਨੰਦ ਵਿੱਚ ਆ ਜਾਣਾ, ਵਿਗਾਸ ਵਿੱਚ ਆ ਜਾਣਾ, ਖੁਸ਼ੀ ਵਿੱਚ ਆ ਜਾਣਾ। ਇਸ ਕਰਕੇ ਸਾਧ ਸੰਗਤ ਸੁਣਨਾ ਬੜਾ ਜ਼ਰੂਰੀ ਹੈ, ਪਰ ਸੁਣਨਾ ਸਰੋਤ ਕਿਹੜੀ ਜ਼ਰੂਰੀ ਹੈ? ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ, ਜਦੋਂ ਤੂੰ ਸੁਣੇਗਾ, ਸੁਣਿਆ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਨਾਨਕ ਜੀ ਭਗਤਾਂ ਦੇ ਜੀਵਨ ਦੇ ਵਿੱਚ ਸਦਾ ਵਿਗਾਸ ਹੈ, ਸਦਾ ਖੇੜਾ ਹੈ। ਭਗਤਾਂ ਦੇ ਜੀਵਨ ਦੇ ਵਿੱਚ ਨਮੋਸ਼ੀ ਨਹੀਂ, ਭਗਤਾਂ ਦੇ ਜੀਵਨ ਦੇ ਵਿੱਚ ਨੈਗੇਟਿਵਿਟੀ ਨਹੀਂ, ਭਗਤਾਂ ਦੇ ਜੀਵਨ ਦੇ ਵਿੱਚ ਨਕਾਰਾਤਮਕਤਾ ਨਹੀਂ। ਕਿਉਂ? ਕਿਉਂਕਿ ਉਹਨਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਸੁਣ ਸੁਣ ਕੇ ਆਪਣੇ ਅੰਦਰ ਦੇ ਦੁੱਖਾਂ ਕਲੇਸ਼ਾਂ ਨੂੰ, ਚਿੰਤਾਵਾਂ ਨੂੰ ਮਾਰ ਦਿੱਤਾ ਹੈ। ਬਸ ਸਾਧ ਸੰਗਤ ਜੀ, ਬਾਣੀ ਅੰਮ੍ਰਿਤ ਬਚਨ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਆਪ ਪਰਿਵਰਤਨ ਲਿਆਂਦੇ ਨੇ ਸਾਡੇ ਜੀਵਨ ਦੇ ਵਿੱਚ। ਜਿਸ ਦਿਨ ਸਾਨੂੰ ਇਹ ਗੱਲ ਸਮਝ ਵਿੱਚ ਆ ਗਈ ਨਾ, ਉਹ ਦਿਨ ਅਸੀਂ ਘੰਟਿਆਂ ਬੱਧੀ ਗੁਰੂ ਕੀ ਗੋਦ ਵਿੱਚ ਬੈਠ ਕੇ ਸਿਰਫ ਬਾਹਰ ਮੁਖੀ ਚੀਜ਼ਾਂ ਨੂੰ ਸੁਣ ਕੇ ਨਹੀਂ ਜਾਵਾਂਗੇ। ਉਹ ਦਿਨ ਸੱਚ ਵਿੱਚ ਅਸੀਂ ਸਰੋਤ ਗੁਰੂ ਦੇ ਸ਼ਬਦ ਦੀ ਬਣਾ ਲਵਾਂਗੇ। ਅਜੇ ਤੇ ਸਾਡਾ ਧਿਆਨ ਇਸ ਚੀਜ਼ ਵਿੱਚ ਹੈ ਸਾਧ ਸੰਗਤ ਜੀ, ਕਿ ਗੁਰੂ ਘਰ ਦੇ ਅੰਦਰ ਜੋ ਕੀਰਤਨ ਹੋ ਰਿਹਾ ਹੈ, ਜੋ ਵਿਚਾਰ ਹੋ ਰਹੀ ਹੈ, ਉਹ ਸਿਰਫ ਸਰੋਤ ਅਜੇ ਤੱਕ ਇੰਸਟਰੂਮੈਂਟ ਤੇ, ਉਹਨਾਂ ਸਾਧਨਾ ਤੇ ਟਿਕੀ ਹੋਈ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੜਾ ਪਿਆਰਾ ਜ਼ਿਕਰ ਕੀਤਾ ਗੁਰੂ ਨਾਨਕ ਪ੍ਰਕਾਸ਼ ਦੇ ਅੰਦਰ। ਸਾਧ ਸੰਗਤ, ਇੱਕ ਬੜੀ ਸੋਹਣੀ ਗੱਲ ਹੈ, ਬੜਾ ਪਿਆਰਾ ਪਦਾ ਹੈ, ਮੈਂ ਆਪ ਜੀ ਦੇ ਸਾਹਮਣੇ ਰੱਖਦੇ ਹਾਂ, ਕਿਉਂਕਿ ਅੱਜ ਜਿੱਥੋਂ ਗੱਲ ਆਪਾਂ ਸ਼ੁਰੂ ਕਰਨੀ ਹੈ, ਅਗਲੇ 4 ਦਿਨ ਇਹ ਪ੍ਰਕਰਨ ਇਸੇ ਤਰ੍ਹਾਂ ਚੱਲਣਾ ਹੈ। ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ 5 ਤਰ੍ਹਾਂ ਦੇ ਸਰੋਤਿਆਂ ਦਾ ਜ਼ਿਕਰ ਕੀਤਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਹਿਬ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਇੱਕ ਪਹਿਲਾ ਸਰੋਤਾ ਉਹ ਹੈ ਰਾਗ ਰਾਗਣੀ ਸਮਝੈ ਏਕਾ। ਜਿਹੜਾ ਗੁਰੂ ਕੀ ਸ਼ਰਨ ਵਿੱਚ ਆਂਦਾ ਹੈ, ਸੰਗਤ ਵਿੱਚ ਆ ਕੇ ਬਹਿੰਦਾ ਹੈ, ਕੀਰਤਨ ਹੋ ਰਿਹਾ ਹੈ, ਉਹ ਅੰਮ੍ਰਿਤ ਬਾਣੀ ਦਾ ਕੀਰਤਨ ਸੁਣਦਾ ਹੈ। ਰਾਗ ਵਿੱਚ ਕੀਰਤਨ ਹੋ ਰਿਹਾ ਹੈ, ਰਾਗ ਤੋਂ ਬਿਨਾਂ ਕੀਰਤਨ ਹੋ ਰਿਹਾ ਹੈ, ਜਾਂ ਫਿਰ ਸਾਧ ਸੰਗਤ ਜੀ ਕਿਸੇ ਰਾਗ ਦੇ ਵਿੱਚ ਮਿਸ਼ਰਤ ਰਾਗ ਮਿਲਾ ਕੇ ਪੜਿਆ ਜਾ ਰਿਹਾ ਹੈ। ਉਹਦੇ ਲਈ ਸਾਰਾ ਕੁਝ ਇੱਕ ਬਰਾਬਰ ਹੈ, ਕਿਉਂਕਿ ਉਹਨੂੰ ਇਸ ਚੀਜ਼ ਬਾਰੇ ਨੌਲੇਜ ਨਹੀਂ। ਉਹ ਸੱਚ ਹੈ, ਇੱਕ ਬੰਦਾ ਜਿਹਨੇ ਮਿਹਨਤ ਕੀਤੀ ਹੈ, ਮਸ਼ੱਕਤ ਕੀਤੀ ਹੈ, ਉਸ ਬੰਦੇ ਨੂੰ ਉਸ ਚੀਜ਼ ਦੀ ਨੌਲੇਜ ਹੈ, ਰਾਗ ਕੀ ਹੈ, ਰਾਗ ਦੇ ਵਿੱਚ ਗਾਣਾ ਕੀ ਹੈ। ਆਮ ਸਰੋਤਾ ਜਿਹੜਾ ਸੰਗਤ ਵਿੱਚ ਬੈਠਾ, ਉਹਨੂੰ ਇਸ ਚੀਜ਼ ਬਾਰੇ ਨੌਲੇਜ ਨਹੀਂ। ਪਰ ਆਪਾਂ ਜਿਹੜੀ ਗੱਲ ਸਮਝਣੀ ਹੈ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਰਾਗ ਰਾਗਣੀ ਸਮਝੈ ਏਕਾ। ਇੱਕ ਉਹ ਹੈ ਜਿਹੜਾ ਰਾਗ ਤੇ ਰਾਗਣੀ ਨੂੰ ਇੱਕ ਸਮਝ ਰਿਹਾ, ਭਾਵ ਉਹ ਸਰੋਤ ਤੇ ਲੈ ਰਿਹਾ ਹੈ, ਸੁਣ ਤੇ ਰਿਹਾ ਹੈ, ਪਰ ਉਹਦੇ ਲਈ ਜਿਹੜਾ ਰਾਗ ਰਾਗਣੀ ਜੋ ਸ਼ਬਦ ਗਾਏ ਜਾ ਰਹੇ ਨੇ, ਕਿਸ ਰਾਗ ਵਿੱਚ ਗਾਇਆ ਜਾ ਰਿਹਾ ਹੈ, ਰਾਗ ਤੋਂ ਬਿਨਾਂ ਗਾਇਆ ਜਾ ਰਿਹਾ, ਉਹਦੇ ਲਈ ਇੱਕ ਬਰਾਬਰ ਹੈ। ਪਰ ਪਾਤਸ਼ਾਹ ਕਹਿੰਦੇ ਨੇ, ਦੂਜੇ ਸੁਰ ਕੋ ਲਖੈ ਵਿਵੇਕਾ। ਇੱਕ ਉਹ ਜਿਹੜਾ ਸੁਰਾਂ ਦੀ ਆਵਾਜ਼ ਸੁਣਦਾ ਤੇ ਕਹਿੰਦਾ, ਵਾਹ ਭਾਈ ਸਾਹਿਬ ਕਮਾਲ ਹੋ ਗਿਆ, ਅੱਜ ਕੋਈ ਤੁਸੀਂ ਪੇਟੀ ਵਜਾਈ, ਅੱਜ ਕੋਈ ਤੁਸੀਂ ਸੁਰਾਂ ਕਮਾਲ ਕਰ ਦਿੱਤੀ, ਇੰਨਾ ਸੋਹਣਾ ਬਾਜਾ ਵਜਾਇਆ। ਪਾਤਸ਼ਾਹ ਜੀ ਕਹਿੰਦੇ ਨੇ, ਉਹਦਾ ਧਿਆਨ ਸ਼ਬਦ ਵੱਲ ਨਹੀਂ, ਉਹਦਾ ਧਿਆਨ ਸੁਰਾਂ ਦੇ ਵੱਲ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ, ਦੂਜੈ ਸੁਰ ਕੋ ਲਖੈ ਵਿਵੇਕਾ। ਫਿਰ ਪਾਤਸ਼ਾਹ ਕਹਿੰਦੇ ਨੇ, ਤੀਜੈ ਸੁਣੇ ਤਾਲ ਹਿਤ ਦਿਆ। ਤੀਜਾ ਉਹ ਹੈ ਜਿਹੜਾ ਤਾਲਾਂ ਨੂੰ ਸੁਣ ਰਿਹਾ, ਜਿਹੜਾ ਵਾਜੇ ਦੇ ਅੰਦਰੋਂ ਨਿਕਲੀਆਂ ਹੋਈਆਂ ਸੁਰਾਂ ਦੇ ਨਾਲ ਨਾਲ
ਤਬਲੇ ਦੀ ਤਾਲ ਨੂੰ ਸੁਣ ਰਿਹਾ ਤੇ ਕਹਿੰਦਾ ਤਬਲੇ ਵਾਲੇ ਨੇ ਵੀ ਅੱਜ ਤੇ ਕਮਾਲ ਕਰ ਦਿੱਤੀ, ਬੜਾ ਸੋਹਣਾ ਤਬਲਾ ਵਜਾਇਆ। ਧਿਆਨ ਦੇਣਾ, ਬੜਾ ਸੋਹਣਾ ਵਾਜਾ ਵਜਾਇਆ, ਬੜਾ ਸੋਹਣਾ ਤਬਲਾ ਵਜਾਇਆ। ਪਰ ਜੇ ਉਹਨੂੰ ਪੁੱਛ ਲਿਆ ਜਾਏ ਵੀ ਸ਼ਬਦ ਕਿਹੜਾ ਗਾਇਨ ਕੀਤਾ ਹੈ, ਸ਼ਬਦ ਕਿਹੜਾ ਪੜਿਆ ਗਿਆ, ਇਹੀ ਕਾਰਨ ਨੇ ਸਾਧ ਸੰਗਤ ਜੀ, ਰਾਗ ਦੇ ਵਿੱਚ ਸ਼ਬਦ ਨੂੰ ਗਾਣ ਦੀ ਹਦਾਇਤ ਹੈ, ਕਿਉਂਕਿ ਬਾਣੀ ਰਾਗ ਤੇ ਆਧਾਰਿਤ ਹੈ। ਬਾਣੀ ਰਾਗਾਂ ਵਿੱਚ ਉਚਾਰਨ ਕੀਤੀ ਹੈ, ਪਰ ਇਹਨਾਂ ਵੀ ਸੁਰਾਂ ਨੂੰ ਉੱਚਾ ਗਾਣਾ ਗੁਰਮਤ ਦੇ ਅੰਦਰ ਮਨਾਈਏ ਕਿ ਸ਼ਬਦ ਵਿੱਚ ਹੀ ਕਿਤੇ ਲੁਕ ਜਾਏ। ਆ ਵੇਖੋ ਸ੍ਰੀ ਦਰਬਾਰ ਸਾਹਿਬ ਜਦੋਂ ਕੀਰਤਨ ਹੁੰਦਾ ਹੈ, ਉਥੇ ਰਾਗ ਦੇ ਵਿੱਚ ਜਦੋਂ ਸ਼ਬਦ ਪੜਿਆ ਜਾਂਦਾ ਹੈ, ਰਾਗ ਦੇ ਵਿੱਚ ਗਾਇਨ ਕੀਤਾ ਜਾਂਦਾ ਹੈ, ਉਥੇ ਸ਼ਬਦ ਤੇ ਜ਼ੋਰ ਦਿੱਤਾ ਜਾਂਦਾ ਹੈ, ਸੁਰਾਂ ਤੇ ਜ਼ੋਰ ਨਹੀਂ ਦਿੱਤਾ ਜਾਂਦਾ, ਸਰਗਮਾਂ ਤੇ ਜ਼ੋਰ ਨਹੀਂ ਦਿੱਤਾ ਜਾਂਦਾ। ਉਥੇ ਜ਼ੋਰ ਦਿੱਤਾ ਜਾਂਦਾ ਹੈ ਸ਼ਬਦ ਤੇ। ਸ਼ਬਦ ਰਾਗ ਵਿੱਚ ਗਾਇਨ ਕੀਤਾ ਜਾ ਰਿਹਾ ਹੈ, ਪਰ ਰਾਗ ਵਿੱਚ ਗਾਇਨ ਕਰਦਿਆਂ ਵੀ ਸ਼ਬਦ ਜਿਹੜਾ ਹੈ ਉਹ ਅੱਖੋਂ ਪਰੋਖੇ ਨਹੀਂ ਕੀਤਾ ਜਾਂਦਾ। ਐਸਾ ਨਹੀਂ ਹੈ ਵੀ ਸਿਰਫ ਸੁਰਾਂ ਤੇ ਜ਼ੋਰ ਦਿੱਤਾ ਜਾਏ, ਸਰਗਮਾਂ ਤੇ ਜ਼ੋਰ ਦਿੱਤਾ ਜਾਏ। ਜੇ ਸਰਗਮਾਂ ਤੇ ਸੁਰਾਂ ਤੇ ਜ਼ੋਰ ਦੇਾਂਗੇ, ਸ਼ਬਦ ਕਿਤੇ ਅਲੋਪ ਹੋ ਜਾਏਗਾ, ਕਿਉਂਕਿ ਪ੍ਰਧਾਨਤਾ ਸ਼ਬਦ ਦੀ ਹੈ। ਸ਼ਬਦ ਹੈ ਤੇ ਰਾਗ ਹੈ। ਧਿਆਨ ਦੇਣਾ, ਜੇ ਸ਼ਬਦ ਨਹੀਂ ਤੇ ਰਾਗ ਵੀ ਨਹੀਂ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਿਰ ਚੌਥੀ ਗੱਲ ਕੀਤੀ। ਸਤਿਗੁਰ ਕਹਿੰਦੇ ਨੇ ਚਤੁਰਤ ਬਾਦਰ ਕੋ ਰਸ ਲਿਆ। ਚੌਥਾ ਉਹ ਹੈ ਜਿਹੜਾ ਇਹਨਾਂ ਚੀਜ਼ਾਂ ਦਾ ਰਸ ਲੈ ਕੇ ਤੇ ਚਲਾ ਜਾਂਦਾ ਹੈ। ਬਾਹਰ ਨਿਕਲੋ ਤੇ ਉਹਨੂੰ ਪੁੱਛਿਆ ਜਾਏ ਗੁਰਦੁਆਰੇ ਤੋਂ ਬਾਹਰ ਖੜੇ ਹੋ ਕੇ ਵੀ ਅੱਜ ਸ਼ਬਦ ਕਿਹੜਾ ਪੜਿਆ, ਉਹ ਇੰਸਟਰੂਮੈਂਟ ਦੀ ਗੱਲ ਕਰੇਗਾ, ਉਹ ਤਬਲੇ ਦੀ ਗੱਲ ਕਰੇਗਾ, ਉਹ ਗਾਣ ਵਾਲੇ ਦੀ ਗੱਲ ਕਰੇਗਾ, ਸੁਰਾਂ ਦੀ ਗੱਲ ਕਰੇਗਾ, ਆਵਾਜ਼ ਦੀ ਗੱਲ ਕਰੇਗਾ। ਪਰ ਜੇ ਉਹਨੂੰ ਪੁੱਛਿਆ ਜਾਏ ਵੀ ਸ਼ਬਦ ਕਿਹੜਾ ਗਾਇਨ ਕੀਤਾ ਹੈ, ਉਹਦੇ ਧਿਆਨ ਵਿੱਚ ਨਹੀਂ। ਤੇ ਪਾਤਸ਼ਾਹ ਕਹਿੰਦੇ ਨੇ ਪੰਚਮ ਸ਼ਬਦ ਅਰਥ ਕੋ ਚੀਨਾ। ਪੰਜਵਾਂ ਉਹ ਹੈ ਜਿਹੜਾ ਸ਼ਬਦ ਨੂੰ ਰਾਗ ਵਿੱਚ ਸੁਣ ਵੀ ਰਿਹਾ ਹੈ, ਸੁਰਾਂ ਵੀ ਸੁਣ ਰਿਹਾ ਹੈ, ਤਾਲ ਵੀ ਸੁਣ ਰਿਹਾ ਹੈ, ਪਰ ਉਹ ਨਾਲ ਨਾਲ ਸ਼ਬਦ ਦੇ ਅਰਥ ਨੂੰ ਚੀਣਦਾ ਹੈ। ਉਹ ਆਪਣੀ ਸੁਰਤ ਤੇ ਜ਼ੋਰ ਦਿੰਦਾ ਹੈ ਵੀ ਜਿਹੜਾ ਸ਼ਬਦ ਗਾਇਨ ਕੀਤਾ ਜਾ ਰਿਹਾ, ਉਹ ਸ਼ਬਦ ਦੇ ਅੰਦਰ ਕੀ ਗਾਇਨ ਕੀਤਾ ਜਾ ਰਿਹਾ, ਉਹ ਸ਼ਬਦ ਸਾਨੂੰ ਕੀ ਸਿੱਖਿਆ ਦੇ ਰਿਹਾ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਹੜਾ ਪੰਜਵੇਂ ਪ੍ਰਕਾਰ ਦਾ ਸਰੋਤਾ ਹੈ, ਸਤਿਗੁਰ ਪਾਤਸ਼ਾਹ ਕਹਿੰਦੇ ਨੇ ਪੰਚਮ ਸ਼ਬਦ ਅਰਥ ਪ੍ਰਬੋਧਾ ਅਰਥ ਕੋ ਚੀਨਾ ਸੋ ਸਭ ਹੂੰ ਤੇ ਕਹੈ ਮਹਾਨਾ। ਸਤਿਗੁਰ ਕਹਿੰਦੇ ਨੇ ਉਹ ਸਾਰਿਆਂ ਨਾਲੋਂ ਮਹਾਨ ਹੈ। ਇਸੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਅੱਜ ਕਿਹਾ ਹੈ, ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ਼। ਜਦੋਂ ਸੁਣੇਗਾ ਉਹਦੇ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਏਗਾ। ਆਓ ਨਾਲ ਨਾਲ ਆਪਾਂ ਸਾਧ ਸੰਗਤ ਇਸ ਪ੍ਰਕਰਨ ਨੂੰ ਕੱਲ ਵੀ ਅੱਗੇ ਥੋੜਾ ਜਿਹਾ ਸਮਝਣ ਦਾ ਯਤਨ ਕਰਾਂਗੇ। ਅੱਜ ਪੌੜੀ ਦੇ ਅਰਥ ਕਰਨ ਦਾ ਯਤਨ ਕਰੀਏ। ਸੁਣਿਐ ਸਿੱਧ ਪੀਰ ਸੁਰਨਾਥ। ਪਾਤਸ਼ਾਹ ਕਹਿੰਦੇ ਨੇ ਜਦੋਂ ਸਤਿਗੁਰ ਦੇ ਨਾਮ ਨੂੰ ਸੁਣੇਗਾ, ਫਿਰ ਪਾਤਸ਼ਾਹ ਕਹਿੰਦੇ ਨੇ ਸਿੱਧ ਪੀਰ ਸੁਰ ਨਾਥ, ਚਾਰ ਸ਼ਬਦ ਨੇ। ਥੋੜਾ ਜਿਹਾ ਵਿਸ਼ਰਾਮ ਦੇ ਕੇ ਸੁਣਿਐ ਸਿੱਧ ਪੀਰ ਸੁਰ ਨਾਥ। ਪਾਤਸ਼ਾਹ ਕਹਿੰਦੇ ਨੇ ਸੁਣਨ ਦੇ ਨਾਲ ਸਿੱਧ, ਇੱਥੇ ਬਾਹਰਮੁਖੀ ਸਿੱਧਾਂ ਪੀਰਾਂ ਦਾ ਜ਼ਿਕਰ ਨਹੀਂ। ਇਹ ਸ਼ਬਦ ਬੜੇ ਸਤਿਕਾਰਤ ਨੇ ਸਾਧ ਸੰਗਤ ਜੀ। ਸਿੱਧੀਆਂ ਪ੍ਰਸਿੱਧ ਬਣਨਾ, ਪੀਰ ਬਣਨਾ, ਇਹ ਧਰਮ ਦੇ ਬੜੇ ਸਤਿਕਾਰਤ ਸ਼ਬਦ ਨੇ। ਪੀਰ ਬੁੱਧੂ ਸ਼ਾਹ। ਧਿਆਨ ਦੇਣਾ, ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪਾਵਨ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਸਾਈਂ ਮੀਆਂ ਮੀਰ, ਪੀਰ ਸਾਈਂ ਮੀਆਂ ਮੀਰ ਜੀ ਕੋਲੋਂ ਰਖਵਾਈ। ਇਹ ਸ਼ਬਦ ਬੜੇ ਸਤਿਕਾਰਤ ਨੇ। ਪਰ ਜੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਇਹਨਾਂ ਸ਼ਬਦਾਂ ਨੂੰ ਸਿਰਫ ਭੇਖ ਬਣਾ ਲਿਆ ਜਾਏ, ਫਿਰ ਇਹਨਾਂ ਸ਼ਬਦਾਂ ਦੀ ਸਤਿਕਾਰਤਾ, ਇਹਨਾਂ ਸ਼ਬਦਾਂ ਦਾ ਜਿਹੜਾ ਗਿਆਨ ਹੈ ਉਹ ਭੇਖ ਦੇ ਵਿੱਚ ਅਲੋਪ ਹੋ ਜਾਂਦਾ ਹੈ, ਭੇਖ ਦੇ ਵਿੱਚ ਲੁਕ ਜਾਂਦਾ ਹੈ। ਇਹ ਸ਼ਬਦ ਬੜੇ ਸਤਿਕਾਰਤ ਨੇ, ਇਹਨਾਂ ਸ਼ਬਦਾਂ ਦੀ ਬੜੀ ਮਹਾਨਤਾ ਹੈ। ਇਸੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਦੋਂ ਕੋਈ ਮਨੁੱਖ ਗੁਰੂ ਦੇ ਉਪਦੇਸ਼ ਨੂੰ ਆਪਣੇ ਕੰਨਾਂ ਨਾਲ ਸੁਣਦਾ ਹੈ, ਆਪਣੀ ਸਰੋਤ ਵਿੱਚ ਲਿਆਂਦਾ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹ ਸਿੱਧ ਪੀਰ ਸੁਰ ਨਾਥ, ਭਾਵ ਉਹ ਸਿੱਧਾਂ ਵਰਗਾ, ਉਹ ਪੀਰਾਂ ਜੈਸਾ। ਪਾਤਸ਼ਾਹ ਕਹਿੰਦੇ ਨੇ ਸੁਰ ਦੇਵਤਿਆਂ ਵਰਗਾ, ਨਾਥ ਨਾਥਾਂ ਵਰਗਾ। ਉਹ ਨਾਥ ਜੋਗੀ ਦਾ ਮਤਲਬ, ਇੱਥੇ ਨਾਥ ਦਾ ਸੰਬੰਧ ਕਿਸੇ ਜੋਗੀ ਨਾਲ ਨਹੀਂ ਹੈ। ਨਾਥ ਦਾ ਮਤਲਬ ਹੈ ਜਿਹਨੇ ਉਸ ਕਰਤੇ ਪ੍ਰਮਾਤਮਾ ਅਕਾਲ ਪੁਰਖ ਨਾਥ ਨੂੰ ਜਾਣਿਆ, ਜੋ ਸਾਰੀ ਖਲਕਤ ਦਾ ਨਾਥ ਹੈ, ਜਿਹਨੂੰ ਪਾਤਸ਼ਾਹ ਕਹਿੰਦੇ ਨੇ ਸਤਿਗੁਰ ਜੀ ਅਸੀਂ ਤੋਸੋ ਨਾ ਨਾਥ, ਭਾਈ ਸਾਹਿਬ ਭਾਈ ਗੁਰਦਾਸ ਜੀ ਅਨਾਥ ਨਾ ਮੋਸਰ। ਸਤਿਗੁਰ ਤੇਰੇ ਵਰਗਾ ਨਾਥ ਨਹੀਂ ਤੇ ਸਾਡੇ ਵਰਗਾ ਅਨਾਥ ਨਹੀਂ।
ਪਾਤਸ਼ਾਹ ਪ੍ਰਮਾਤਮਾ ਨੂੰ ਸਤਿਗੁਰ ਨੇ ਬਾਣੀ ਵਿੱਚ ਆਪ ਨਾਥ ਨਥੀ ਸਬਜਾਂ ਕੀ, ਉਹ ਆਪ ਨਾਥ ਹੈ, ਉਹਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਵਿੱਚ ਬੰਨਿਆ ਹੋਇਆ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਦੋਂ ਕੋਈ ਸੁਣਦਾ ਹੈ ਸਤਿਗੁਰੂ ਜੀ ਤੁਹਾਡੇ ਨਾਮ ਨੂੰ, ਉਹਦੀ ਸਰੋਤ ਜੇ ਪ੍ਰਮਾਤਮਾ ਜੀ ਤੁਹਾਡੇ ਸ਼ਬਦ ਨਾਲ ਜੁੜ ਜਾਏ, ਜੋ ਆਪਣੀ ਸਰੋਤ ਵਿੱਚ ਤੁਹਾਡੇ ਅੰਮ੍ਰਿਤ ਬਚਨਾਂ ਨੂੰ ਸੁਣੇਗਾ, ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹ ਸਿੱਧਾਂ ਪੀਰਾਂ ਤੇ ਸੁਰ ਦੇਵਤਿਆਂ ਨਾਥਾਂ ਵਰਗਾ ਬਣ ਜਾਏਗਾ। ਭਾਵੇਂ ਜਿੰਨੇ ਸਤਿਕਾਰਤ ਸ਼ਬਦ ਨੇ, ਜਿਹੜੀ ਇਹਨਾਂ ਦਾ ਸਿਖਰਤਾ ਹੈ, ਜਿੱਥੇ ਸੱਚ ਵਿੱਚ ਇੱਕ ਬੰਦੇ ਨੂੰ ਪਹੁੰਚੇ ਹੋਏ ਨੇ ਆਖਿਆ ਜਾਂਦਾ ਵੀ ਇਹ ਸਿੱਧ ਹੈ, ਇਹਨੇ ਪ੍ਰਮਾਤਮਾ ਨੂੰ ਸਾਧ ਲਿਆ, ਇਹ ਪੀਰ ਹੈ, ਇਹਨੇ ਪ੍ਰਮਾਤਮਾ ਨੂੰ ਜਾਣ ਲਿਆ, ਇਹ ਸੁਰ ਹੈ, ਦੇਵਤਾ ਹੈ, ਜਿਹਨੂੰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ। ਦੇਵਤੇ ਦਾ ਮਤਲਬ ਹੈ ਦੇਵ ਸੁਭਾਅ ਹੋ ਜਾਣਾ। ਦੇਵਤੇ ਉਹ ਕਲਪਤ ਦੇਵਤੇ ਨਹੀਂ ਹਨ। ਗੁਰੂ ਨਾਨਕ ਪਾਤਸ਼ਾਹ ਜੀ ਜੋ ਬਾਣੀ ਵਿੱਚ ਜ਼ਿਕਰ ਕਰਦੇ ਨੇ, ਜਿਨ੍ਹਾਂ ਨੂੰ ਸਮਾਜ ਨੇ ਲੋਕਾਈ ਨੇ 33 ਕਰੋੜ ਦੇ ਰੂਪ ਵਿੱਚ ਮੰਨਿਆ, ਪਰ ਸੱਚ ਹੈ ਪਾਤਸ਼ਾਹ ਜੀ ਕਹਿੰਦੇ ਨੇ ਜੇ ਉਹਨਾਂ ਵਰਗੇ ਜੀਵਨ ਦੀ ਗੱਲ ਕਰੀਏ, ਜਿਹੜੇ ਸੱਚ ਵਿੱਚ ਆਪਣੇ ਆਪ ਨੂੰ ਸਾਧਨ ਵਾਲੇ ਨੇ, ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਉਹ ਤਾਂ ਹੀ ਹੋਏਗਾ ਜੇ ਕੋਈ ਨਾਮ ਨੂੰ ਸੁਣੇਗਾ। ਸਤਿਗੁਰ ਜਿਨ੍ਹਾਂ ਨੇ ਸੱਚ ਵਿੱਚ ਤੁਹਾਡੇ ਨਾਮ ਨੂੰ ਸੁਣਿਆ, ਉਹ ਸੁਰ ਬਣ ਜਾਂਦੇ ਨੇ, ਦੇਵਤੇ ਬਣ ਜਾਂਦੇ ਨੇ, ਨਾਥ ਬਣ ਜਾਂਦੇ ਨੇ, ਪੀਰ ਬਣ ਜਾਂਦੇ ਨੇ। ਪਾਤਸ਼ਾਹ ਕਹਿੰਦੇ ਨੇ ਉਹਨਾਂ ਦਾ ਜੀਵਨ ਇੰਨਾ ਉੱਚਾ ਹੋ ਜਾਂਦਾ ਹੈ। ਫਿਰ ਪਾਤਸ਼ਾਹ ਕਹਿੰਦੇ ਨੇ ਸੁਣਿਆ ਧਰਤ ਧਵਲ ਆਕਾਸ਼। ਧਰਤ ਦਾ ਮਤਲਬ ਹੈ ਧਰਤੀ, ਧਵਲ ਧਰਤੀ ਤੋਂ ਥੱਲੇ, ਧਵਲ ਦਾ ਮਤਲਬ ਹੁੰਦਾ ਵੈਸੇ ਧੌਲਾ ਬਲਦ। ਜਿਹੜੀ ਇੱਕ ਆਮ ਪਰੰਪਰਾ, ਇੱਕ ਕਹਾਵਤ ਸਾਡੇ ਸੰਸਾਰ ਵਿੱਚ ਬਣੀ ਹੋਈ ਹੈ, ਖਾਸ ਕਰਕੇ ਭਾਰਤ ਦੀ ਧਰਤੀ ਤੇ, ਖਾਸ ਕਰਕੇ ਇੱਕ ਧਰਮ ਨੂੰ ਮੰਨਣ ਵਾਲੇ ਲੋਕ, ਉਹ ਕਹਿੰਦੇ ਨੇ ਵੀ ਧਰਤੀ ਦੇ ਥੱਲੇ ਬਲਦ ਹੈ, ਜਿਹਨੂੰ ਧੌਲਾ ਬਲਦ ਆਖਿਆ ਜਾਂਦਾ ਹੈ, ਜਿੰਦੇ ਆਸਰੇ ਤੇ ਧਰਤੀ ਖੜੀ। ਗੁਰੂ ਨਾਨਕ ਸਾਹਿਬ ਜੀ ਨੇ ਉਸ ਚੀਜ਼ ਨੂੰ ਕੰਡੈਮ ਕੀਤਾ। ਆਪਾਂ ਅੱਗੇ 15ਵੀਂ 16ਵੀਂ ਪੌੜੀ ਵਿੱਚ ਉਹ ਸ਼ਬਦ ਪੜਾਂਗੇ ਵੀ, ਉਹ ਆਪਣਾ ਹੁਣ ਪ੍ਰਕਰਨ ਨਹੀਂ ਹੈ। ਧਵਲ ਦਾ ਮਤਲਬ ਹੈ ਧਰਤੀ ਤੋਂ ਥੱਲੇ, ਤੇ ਆਕਾਸ਼ ਦਾ ਮਤਲਬ ਹੈ ਆਸਮਾਨ। ਪਾਤਸ਼ਾਹ ਕਹਿੰਦੇ ਨੇ ਸਤਿਗੁਰ ਜਿਹੜਾ ਤੁਹਾਡੇ ਨਾਮ ਨੂੰ ਸੁਣਦਾ ਹੈ, ਉਹਨੂੰ ਸਮਝ ਆ ਜਾਂਦੀ ਹੈ ਕਿ ਇਹ ਮੇਰੇ ਮਾਲਕ ਜੀ, ਤੁਹਾਡੇ ਨਾਮ ਨੂੰ ਸੁਣਨ ਦੇ ਨਾਲ ਵੀ ਇਹ ਧਰਤੀ ਤੋਂ ਥੱਲੇ ਪਾਤਾਲ ਤੇ ਆਕਾਸ਼, ਇਹ ਸਾਰੇ ਪਸਾਰੇ ਦਾ ਆਸਰਾ ਉਹ ਪ੍ਰਭੂ ਹੈ, ਉਹ ਪ੍ਰਮਾਤਮਾ ਹੈ। ਨਹੀਂ ਤੇ ਮਨੁੱਖ ਸੰਸਾਰ ਵਿੱਚ ਇਸ ਧਰਤੀ ਦੇ ਥੱਲੇ ਧੌਲ ਨੂੰ ਮੰਨੀ ਜਾਂਦਾ ਵੀ ਉਹਦੇ ਆਸਰੇ ਤੇ ਖੜੀ ਹੈ। ਅਸਮਾਨ, ਧਰਤੀ, ਇਹ ਸਾਰਿਆਂ ਦੇ ਵੱਖੋ ਵੱਖਰੀਆਂ ਵਿਚਾਰਧਾਰਾਵਾਂ ਬਣੀਆਂ ਨੇ। ਪਰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਦੋਂ ਤੂੰ ਪ੍ਰਮਾਤਮਾ ਦੇ ਨਾਮ ਨੂੰ ਭਾਵਨਾ ਨਾਲ ਸੁਣੇਗਾ, ਇਹ ਸਿਰਫ ਸਾਧ ਸੰਗਤ ਸੁਣਨ ਦੀ ਗੱਲ ਹੋ ਰਹੀ ਹੈ, ਸੁਣਨ ਦੇ ਅੰਦਰ ਕਿੰਨੀ ਵੱਡੀ ਤਾਕਤ ਹੈ। ਇਸੇ ਕਰਕੇ ਬਾਬਾ ਨਾਨਕ ਜੀ ਕਹਿੰਦੇ ਨੇ ਜਬ ਲਗ ਦੁਨੀਆ ਰਹੀਐ ਨਾਨਕ, ਕਿਛ ਸੁਣੀਐ ਕਿਛ ਕਹੀਐ। ਹੇ ਨਾਨਕ ਜੀ, ਜਦੋਂ ਤੱਕ ਦੁਨੀਆ ਹੈ ਆਪਣੀ ਸਰਸਨਾ ਤੋਂ ਕੁਝ ਬੋਲ, ਪਹਿਲਾਂ ਸੁਣਨ ਦੀ ਗੱਲ ਹੈ, ਪਹਿਲਾਂ ਸੁਣਨ ਦੀ ਗੱਲ ਹੈ, ਆਪਣੀ ਸਰਸਨ ਕੰਨਾਂ ਤੋਂ ਸਰੋਤ ਸੁਣ। ਜਬ ਲਗ ਦੁਨੀਆ ਰਹੀਐ ਨਾਨਕ, ਕਿਛ ਸੁਣੀਐ ਕਿਛ ਕਹੀਐ। ਸਾਧ ਸੰਗਤ, ਪਹਿਲਾਂ ਸ਼ਬਦ ਨੂੰ ਸੁਣੋ, ਸਾਹਮਣੇ ਵਾਲਾ ਤੁਹਾਨੂੰ ਬੋਲ ਕੀ ਰਿਹਾ। ਅਸੀਂ ਕਿਸੇ ਚੀਜ਼ ਦਾ ਰਿਐਕਟ ਬੜੀ ਛੇਤੀ ਕਰਨੇ ਆ। ਸੁਣੇ ਹੋਏ ਸ਼ਬਦਾਂ ਨੂੰ ਅਸੀਂ ਕਈ ਵਾਰੀ ਸਮਝਦੇ ਨਹੀਂ, ਉਹਨਾਂ ਦਾ ਭਾਵ ਕੁਝ ਹੋਰ ਹੁੰਦਾ, ਅਸੀਂ ਕੁਝ ਹੋਰ ਲੈ ਲੈਂਦੇ ਆ। ਕੁਝ ਲੜਾਈ ਸ਼ੁਰੂ ਕਰਦੇ ਨੇ, ਲੜਾਈ ਬਹੁਤ ਅੱਗੇ ਵੱਧ ਜਾਂਦੀ ਹੈ। ਫਿਰ ਜਦੋਂ ਹਕੀਕਤ ਸਮਝ ਵਿੱਚ ਆਉਂਦੀ ਹੈ, ਫਿਰ ਮਨ ਸੋਚਦਾ ਵੀ ਮਨਾ ਇਹ ਤੂੰ ਉਦੋਂ ਹੀ ਸਮਝ ਲੈਂਦਾ, 2 ਮਿੰਟ ਵੇਟ ਕਰ ਲੈਂਦਾ। ਸਤਿਗੁਰੂ ਕਹਿੰਦੇ ਨੇ ਸਰੋਤ ਆਪਣੀ ਚੰਗੀ ਬਣਾ। ਤੇਰੀ ਸਰੋਤ ਵਿੱਚ ਜਦੋਂ ਪ੍ਰਮਾਤਮਾ ਆਏਗਾ, ਰੱਬ ਆਏਗਾ, ਸੁਣਨ ਦੀ ਤਾਕਤ ਵਿੱਚ ਜਦੋਂ ਚੰਗੇ ਗੁਣ ਆਣਗੇ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੈਨੂੰ ਸਮਝ ਆ ਜਾਏਗੀ ਧਰਤੀ, ਪਾਤਾਲ ਤੇ ਆਕਾਸ਼, ਇਹ ਸਾਰੇ ਪਸਾਰੇ ਦਾ ਆਸਰਾ ਪ੍ਰਮਾਤਮਾ ਆਪ ਹੈ। ਸੁਣੇ ਦੀਪ ਲੋ ਪਾਤਾਲ, ਸੁਣਨ ਦੇ ਨਾਲ ਸਤਿਗੁਰ ਕਹਿੰਦੇ ਨੇ ਤੈਨੂੰ ਸਮਝ ਆਏਗੀ ਕਿ ਇਹ ਜਿੰਨੇ ਦੀਪ ਨੇ, ਦੀਪ ਦਾ ਮਤਲਬ ਹੈ ਜਿਹੜੇ ਅਸੀਂ ਆਇਰਲੈਂਡ ਵੇਖਦੇ ਹਾਂ ਨਾ, ਛੋਟੇ ਛੋਟੇ ਸਮੂਹ ਸਮੁੰਦਰਾਂ ਦੇ ਅੰਦਰ ਬਣੇ ਹੋਏ, ਜਿਹੜੇ ਟਾਪੂ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਇਹ ਜਿੰਨੇ ਦੀਪ ਨੇ, ਪਾਤਸ਼ਾਹ ਕਹਿੰਦੇ ਨੇ ਲੋ ਦਾ ਮਤਲਬ ਹੈ ਲੋਕ। 14 ਲੋਕਾਂ ਦੀ ਵੀ ਗੱਲ ਹੈ, 3 ਲੋਕਾਂ ਦੀ ਵੀ ਗੱਲ ਹੈ ਜਿਨ੍ਹਾਂ ਦਾ ਜ਼ਿਕਰ ਸਤਿਗੁਰੂ ਉੱਤੇ ਕਰਕੇ ਗਏ ਨੇ, ਪਾਤਾਲ, ਅਸਮਾਨ ਤੇ ਧਰਤੀ। ਧਰਤੀ ਨੂੰ ਧਰਤ ਲੋਕ, ਪਾਤਾਲ ਲੋਕ ਤੇ ਅਸਮਾਨ, ਇਹ 3 ਲੋਕ ਵੀ ਮੰਨੇ ਗਏ। 14 ਲੋਕਾਂ ਦੀ ਗੱਲ ਵੀ ਹੈ ਬਾਣੀ ਦੇ ਅੰਦਰ।
ਕਿਉਂਕਿ ਉਹ ਕਿਸੇ ਧਰਮ ਦੀ ਮਾਨਤਾ ਨੂੰ ਸਤਿਗੁਰ ਨੇ ਬਾਣੀ ਵਿੱਚ ਰੱਖਿਆ, ਫਿਰ ਆਪਣੀ ਮਤ ਦੀ ਗੱਲ ਕੀਤੀ, ਆਪਣੀ ਗੁਰਮਤ ਦੇ ਨਜ਼ਰੀਏ ਨੂੰ ਅੱਗੇ ਰੱਖਿਆ। ਇਸ ਕਰਕੇ ਸਾਧ ਸੰਗਤ ਜੀ, ਗੁਰਬਾਣੀ ਦੇ ਅੰਦਰ ਪਹਿਲਾਂ ਸਤਿਗੁਰ ਨੇ ਦੂਜੇ ਮਤ ਨੂੰ ਅੱਗੇ ਰੱਖਿਆ। ਜਿਵੇਂ ਪਾਤਸ਼ਾਹ ਜੀ ਨੇ ਬਾਣੀ ਵਿੱਚ ਬਚਨ ਕਹੇ, ਇੱਕ ਛੋਟੀ ਜਿਹੀ ਐਗਜ਼ਾਮਪਲ, ਗੁਰੂ ਨਾਨਕ ਸਾਹਿਬ ਜੀ ਦੇ ਬਚਨ ਆਪ ਜਪਜੀ ਸਾਹਿਬ ਵਿੱਚ ਪੜ੍ਹ ਕੇ ਜਾਓਗੇ। ਪਾਤਸ਼ਾਹ ਕਹਿੰਦੇ ਨੇ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਨ। ਇਹ ਦੁਨੀਆ ਦੀ ਮੰਨਦਾ ਹੈ, ਪਰ ਬਾਬਾ ਨਾਨਕ ਜੀ ਕੀ ਕਹਿ ਰਹੇ ਨੇ, ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੈ ਫੁਰਮਾਨ। ਉਹ ਵੇਖੈ ਉਹਨਾਂ ਨਦਰ ਨਾ ਆਵੇ, ਬਹੁਤਾ ਇਹ ਵਿਡਾਨ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਸੁਣਿਆ ਦੀਪ ਲੋ ਪਾਤਾਲ। ਸੁਣੇਗਾ, ਪਾਤਸ਼ਾਹ ਕਹਿੰਦੇ ਨੇ, ਜਿਹੜੇ ਸਾਰੇ ਦੀਪ ਨੇ, ਲੋਕ ਨੇ, ਲੋਕ ਦਾ ਮਤਲਬ ਹੈ ਜਿੰਨਾ ਬ੍ਰਹਿਮੰਡ ਹੈ, ਜਿੰਨੀ ਸੰਸਾਰ ਸੱਤਾ ਹੈ ਸੰਸਾਰ ਦੀ, ਤੇ ਪਾਤਾਲ ਧਰਤੀ ਤੇ ਥੱਲੇ, ਇਹ ਸਾਰੀ ਜਗ੍ਹਾ ਦੇ ਵਿੱਚੋਂ ਪ੍ਰਮਾਤਮਾ ਰੱਬ ਜੀ ਆਪ ਵਿਆਪਕ ਹੈ। ਧਿਆਨ ਦੇਣਾ, ਉਹ ਸਮੁੰਦਰ ਦੇ ਅੰਦਰ ਬਣੇ ਹੋਏ ਟਾਪੂਆਂ ਤੇ ਵੀ ਜੀਵਨ ਹੈ, ਉੱਥੇ ਵੀ ਕੋਈ ਰਹਿ ਰਿਹਾ ਹੈ, ਪਰ ਸੱਚ ਇਹ ਜਿਹੜਾ ਉੱਥੇ ਰਹਿ ਰਿਹਾ ਹੈ ਉਹਨੂੰ ਰਿਜ਼ਕ ਕੌਣ ਦੇ ਰਿਹਾ ਹੈ? ਪਾਤਸ਼ਾਹ ਕਹਿੰਦੇ ਨੇ, ਪਾਤਾਲ ਧਰਤੀ ਦੇ ਥੱਲੇ ਵੀ ਜੀਵਨ ਹੈ, ਜੀਵ ਰਹਿ ਰਹੇ ਨੇ। ਜਦੋਂ ਅਸੀਂ ਧਰਤੀ ਦੇ ਥੱਲੇੋਂ ਪਾਣੀ ਕੱਢਣ ਦੇ ਲਈ ਬੋਰਿੰਗ ਵਗੈਰਾ ਕਰਨੇ ਆ, ਕਿੰਨੇ ਜੀਵ ਨੇ ਧਰਤੀ ਦੇ ਮਿੱਟੀ ਦੇ ਅੰਦਰ ਵੀ, ਉਹਨਾਂ ਨੂੰ ਵੀ ਰਿਜ਼ਕ ਪ੍ਰਮਾਤਮਾ ਦੇ ਰਿਹਾ। ਸਤਿਗੁਰ ਕਹਿੰਦੇ ਨੇ, ਸਿਰਫ ਇੱਥੇ ਨਹੀਂ ਹੈ, ਸਮਝ ਆ ਜਾਂਦੀ ਹੈ ਉਹ ਪ੍ਰਮਾਤਮਾ ਸਰਬੱਤਰ ਦੇ ਅੰਦਰ ਰਵਿਆ ਹੋਇਆ ਹੈ। ਉਹ ਦੀਪਾਂ ਵਿੱਚ ਵੀ ਹੈ, ਟਾਪੂਆਂ ਤੇ ਵੀ ਹੈ, ਪਤਾਲ ਵਿੱਚ ਵੀ ਹੈ, ਉਹ ਲੋਕਾਂ ਵਿੱਚ ਵੀ, ਹਰ ਥਾਂ ਤੇ, ਸਮੁੱਚੇ ਬ੍ਰਹਿਮੰਡ ਵਿੱਚ। ਸੁਣਿਆ ਪੋਹ ਨਾ ਸਕੈ ਕਾਲ। ਪਾਤਸ਼ਾਹ ਕਹਿੰਦੇ ਨੇ, ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਸੁਣ ਲੈਂਦਾ ਏ, ਉਹਨੂੰ ਫਿਰ ਜਿਹੜਾ ਕਾਲ ਹੈ ਉਹ ਪੋਹ ਨਹੀਂ ਸਕਦਾ। ਧਿਆਨ ਦੇਣਾ, ਕਾਲ, ਕਾਲ ਦਾ ਮਤਲਬ ਹੈ ਮੌਤ। ਉਹ ਫਿਰ ਸਮੇਂ ਦੀ ਉਡਾਰੀ ਤੋਂ ਬੜਾ ਉੱਚਾ ਹੋ ਜਾਂਦਾ ਹੈ, ਉਹ ਸਮੇਂ ਦੇ ਵੇਗ ਦੇ ਵਿੱਚ ਵਹਿੰਦਾ ਨਹੀਂ ਹੈ। ਜਿਹਨੂੰ ਪਾਤਸ਼ਾਹ ਜੀ ਨੇ ਜਦੋਂ ਕਰਤੇ ਦੀ ਗੱਲ ਕੀਤੀ ਤੇ ਸਤਿਗੁਰ ਕਹਿੰਦੇ ਨੇ, ਉਹ ਅਜੂਨੀ ਹੈ, ਉਹ ਸਮੇਂ ਦੇ ਅਧੀਨ ਨਹੀਂ ਹੈ, ਜੂਨਾਂ ਵਿੱਚ ਨਹੀਂ ਆਉਂਦਾ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਜਿਹੜਾ ਸਤਿਗੁਰ ਤੁਹਾਡੇ ਨਾਮ ਨੂੰ ਸੁਣ ਲੇ, ਉਹਦੇ ਅੰਦਰੋਂ ਵੀ ਪੋਹ ਨਾ ਸਕੇ ਕਾਲ। ਉਹਨੂੰ ਵੀ ਕਾਲ, ਮੌਤ ਜਿਹੜੀ ਹੈ ਉਹ ਪੋਹ ਨਹੀਂ ਸਕਦੀ। ਭਾਵ ਉਹਨੂੰ ਵੀ ਪ੍ਰਭੂ ਜੀ ਤੁਹਾਡੇ ਕਿਰਪਾ ਦੇ ਨਾਲ ਮੌਤ ਦਾ ਭੈ ਨਹੀਂ ਵਿਆਪਦਾ। ਔਰ ਸਾਧ ਸੰਗਤ, ਸਿੱਖ ਹਿਸਟਰੀ, ਸਿੱਖ ਇਤਿਹਾਸ, ਗੁਰ ਇਤਿਹਾਸ ਉਹਨਾਂ ਮਰਜੀਵੜਿਆਂ ਦੇ ਜੀਵਨ ਨਾਲ ਭਰਿਆ ਹੋਇਆ ਹੈ, ਉਹਨਾਂ ਮਰਜੀਵੜਿਆਂ ਦੇ ਜੀਵਨ ਦੇ ਨਾਲ ਭਰਪੂਰ ਹੈ। ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ ਜੀ, ਭਾਈ ਮਣੀ ਸਿੰਘ ਜੀ, ਉਹਨਾਂ ਮਰਜੀਵੜਿਆਂ ਨਾਲ ਭਰਿਆ ਹੋਇਆ ਸਿੱਖ ਇਤਿਹਾਸ, ਜਿਹਨੂੰ ਬਾਬਾ ਨਾਨਕ ਜੀ ਕਹਿ ਰਹੇ ਨੇ, ਸੁਣਿਆ ਪੋਹ ਨਾ ਸਕੈ ਕਾਲ। ਤੇ ਸੱਚ ਵਿੱਚ ਉਹਨਾਂ ਸੁਣਿਆ ਸੀ, ਤਾਂ ਹੀ ਤੇ ਮੌਤ ਨੂੰ ਮਖੌਲਾਂ ਕਰਕੇ ਵੀ ਅੱਗੇ ਚਲੇ ਗਏ। ਉਹਨਾਂ ਸੁਣਿਆ ਸੀ ਤਾਂ ਤੇ ਪੁੱਤਰਾਂ ਦੇ ਟੋਟੇ ਕਰਾ ਕੇ ਵੀ ਗਲਾਂ ਵਿੱਚ ਪਾ ਕੇ ਰੱਬ ਦਾ ਸ਼ੁਕਰ ਕਰ ਰਹੇ ਨੇ। ਨਹੀਂ ਤੇ ਬੰਦੇ ਕੋਲੋਂ ਛੋਟੀ ਜੀ ਚੀਜ਼ ਗਵਾਚ ਜਾਏ, ਬੰਦਾ ਸਾਰੀ ਜ਼ਿੰਦਗੀ ਹਾਏ ਹਾਏ ਕਰਦਾ ਰਹਿੰਦਾ ਹੈ। ਧਿਆਨ ਦੇਣਾ, ਬੱਚਿਆਂ ਦੇ ਟੋਟੇ ਕਰਾ ਕੇ ਗਲਾਂ ਵਿੱਚ, ਤੁਸੀਂ ਮਹਿਸੂਸ ਕਰਕੇ ਵੇਖੋ ਇਹਨਾਂ ਗੱਲਾਂ ਨੂੰ। ਇਹ ਗੱਲਾਂ ਸਿਰਫ ਸਾਧ ਸੰਗਤ ਜੀ ਬਾਹਰ ਮੁਖੀ ਇਤਿਹਾਸ ਵਿੱਚੋਂ ਚਸਕੇ ਲੈ ਕੇ ਸੁਣਨ ਵਾਲੀਆਂ ਨਹੀਂ, ਇਹ ਮਹਿਸੂਸ ਕਰਨ ਵਾਲੀਆਂ ਗੱਲਾਂ ਨੇ। ਇਹ ਸਾਡਾ ਇਤਿਹਾਸ ਹੈ, ਸਾਨੂੰ ਫਖਰ ਹੋਣਾ ਚਾਹੀਦਾ ਹੈ ਇਹਨਾਂ ਗੱਲਾਂ ਤੇ। ਇਹ ਸਾਡਾ ਇਤਿਹਾਸ ਹੈ ਜਿਹੜਾ ਸਾਡੇ ਵੱਡੇ ਬਜ਼ੁਰਗਾਂ ਨੇ ਸਿਰਜਿਆ ਹੈ। ਉਹ ਸਿਰਜਿਆ ਕਿਸ ਆਧਾਰ ਤੇ ਹੈ? ਉਹਨਾਂ ਬਾਣੀ ਸੁਣੀ ਸੀ, ਉਹਨਾਂ ਕੋਲ ਬਾਣੀ ਦਾ ਖਜ਼ਾਨਾ ਸੀ। ਅੱਜ ਅਸੀਂ ਇਸ ਖਜ਼ਾਨੇ ਤੋਂ ਦੂਰ ਹੋ ਗਏ। ਸਾਧ ਸੰਗਤ, ਯਤਨ ਕਰੀਏ, ਵੱਧ ਤੋਂ ਵੱਧ ਅੰਮ੍ਰਿਤ ਬਾਣੀ ਨੂੰ ਸੁਣੀਏ। ਸੁਣਨ ਦੇ ਵਿੱਚ ਇਹ ਤਾਕਤ ਹੈ ਜਿਹੜੀ ਸਤਿਗੁਰੂ ਜੀ ਅੱਜ ਬਿਆਨ ਕਰ ਰਹੇ ਨੇ। ਇਹਨਾਂ ਹੀ ਅੰਮ੍ਰਿਤ ਬਚਨਾਂ ਨੂੰ ਸਾਧ ਸੰਗਤ ਕੱਲ ਅੱਗੇ ਦੂਜੀ ਪੌੜੀ, ਤੀਜੀ ਪੌੜੀ ਤੇ ਚੌਥੀ ਪੌੜੀ ਜੋ ਸੁਣਿਆ ਦੀ ਉਹਦੇ ਵਿੱਚ ਸਮਝਣ ਦਾ ਯਤਨ ਕਰਾਂਗੇ। ਤੇ ਨਾਲ ਨਾਲ ਪ੍ਰਕਰਨ ਜ਼ਰੂਰ ਧਿਆਨ ਵਿੱਚ ਰੱਖਣਾ। ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ਼। ਹੋਈਆਂ ਗਲਤੀਆਂ ਬਖਸ਼ ਲੈਣੀਆਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।